ਹੈਲੋ ਸਟੂਡੈਂਟਸ, ਅੱਜ ਡਾਇਨਾਮਿਕਸ ਦਾ ਨੈਕਸਟ ਲੈਕਚਰ ਕਰਨ ਜਾ ਰਹੇ ਹਾਂ। ਲੈਕਚਰ ਬਹੁਤ ਇੰਪੋਰਟੈਂਟ ਹੋਣ ਵਾਲਾ ਤੇ ਅਸੀਂ ਐਕਸਰਸਾਈਜ਼ ਕਰਦੇ ਪਏ ਹਾਂ 2B। ਪਹਿਲੇ ਅਸੀਂ 5-6 ਜਿਹੜੇ ਕੁਐਸਚਨਸ ਆ ਉਹ ਇਸ ਤੋਂ ਪਿਛਲੇ ਲੈਕਚਰ 'ਚ ਕਰ ਚੁੱਕੇ ਹਾਂ। ਅੱਜ 7th ਕੁਐਸਚਨ ਕਰਨ ਜਾ ਰਹੇ ਹਾਂ। ਬਹੁਤ ਹੀ ਵਧੀਆ ਤੇ ਇੰਪੋਰਟੈਂਟ ਕੁਐਸਚਨ ਕਰਨ ਜਾ ਰਹੇ ਹਾਂ, ਸੋ ਬੜੇ ਹੀ ਧਿਆਨ ਨਾਲ ਸਮਝਿਓ। ਇੱਕ ਹੋਰ ਇਨਫੋਰਮੇਸ਼ਨ ਮੈਂ ਉਹ ਐਂਡ ਵਿੱਚ ਦੇਵਾਂਗਾ, ਹੈਂਡ ਰਿਟਨ ਨੋਟਸ ਜੇ ਤੁਹਾਨੂੰ ਕਿਸੇ ਨੂੰ ਚਾਹੀਦੇ ਹੋਣ ਉਹਦੇ ਬਾਰੇ, ਉਹ ਆਪਾਂ ਬਾਅਦ ਵਿੱਚ ਡਿਸਕਸ ਕਰਦੇ ਹਾਂ ਉਹ ਚੀਜ਼ ਨੂੰ। ਹੁਣ ਆਪਾਂ ਇਸ ਕੁਐਸਚਨ ਨੂੰ ਕਰੀਏ ਸੋਲਵ। ਸੋ ਇੱਕ ਰਿਕੁਐਸਟ ਕਰੂੰਗਾ, ਜੇ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਵੀ ਕਰ ਦਿਓ ਅਤੇ ਸ਼ੇਅਰ ਤਾਂ ਕਰਨਾ ਹੀ ਆ ਤੁਸੀਂ ਬਾਕੀ ਸਟੂਡੈਂਟ ਨੂੰ, ਤਾਂ ਜੋ ਵੱਧ ਤੋਂ ਵੱਧ ਸਟੂਡੈਂਟ ਦਾ ਫਾਇਦਾ ਹੋ ਸਕੇ, ਕਿਉਂਕਿ ਮੈਂ ਇੱਕ ਕੁਐਸਚਨ ਸੋਲਵ ਕਰਨ ਜਾ ਰਿਹਾ ਐਕਸਰਸਾਈਜ਼ ਦਾ। ਅਤੇ ਦੂਸਰੀ ਗੱਲ ਇਹ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋਗੇ, ਮੈਨੂੰ ਪੂਰੀ ਉਮੀਦ ਹੈ। ਸੋ ਆਓ ਆਪਾਂ ਇਹ ਸਟੇਟਮੈਂਟ ਸਮਝੀਏ। A heavy particle projected vertically upward with initial velocity u। ਇਨੀਸ਼ੀਅਲ ਵੈਲੋਸਿਟੀ u ਦੇ ਨਾਲ ਅਸੀਂ ਵਰਟੀਕਲੀ ਅਪਵਰਡ ਕੋਈ ਪਾਰਟੀਕਲ ਹੈ ਉਹ ਆਪਾਂ ਪ੍ਰੋਜੈਕਟ ਕਰਦੇ ਹਾਂ ਇਸ A ਪੁਆਇੰਟ ਤੋਂ u ਇਨੀਸ਼ੀਅਲ ਵੈਲੋਸਿਟੀ ਦੇ ਨਾਲ। ਹੋਣਾ ਕੀ ਹੁੰਦਾ ਕਿ ਇੱਕ ਉਹਨਾਂ ਨੇ ਨਾ ਕੀ ਕੀਤਾ, ਦੇਖੋ ਕਿਤੇ ਨਾ ਕਿਤੇ ਜਾ ਕੇ ਇੱਥੇ ਵੈਲੋਸਿਟੀ ਜਿਹੜੀ ਆ ਉਹ 0 ਹੋਣੀ ਹੁੰਦੀ ਹੈ। ਕੋਈ ਵੀ ਪਾਰਟੀਕਲ ਨੂੰ ਅਸੀਂ ਉੱਪਰ ਪ੍ਰੋਜੈਕਟ ਕਰਦੇ ਹਾਂ। ਆ ਦੇਖੋ, ਮੈਂ ਇੱਥੋਂ u ਦੇ ਨਾਲ ਜੇ ਮੈਂ ਪ੍ਰੋਜੈਕਟ ਕਰਦਾ ਤਾਂ ਤੁਸੀਂ ਦੇਖ ਰਹੇ ਹੋਣੇ ਕਿ ਇੱਥੇ ਕਿਸੇ ਪੋਜੀਸ਼ਨ 'ਤੇ ਜਾ ਕੇ ਉਹਦੀ ਵੈਲੋਸਿਟੀ 0 ਹੋ ਗਈ। ਉਹ ਸਪੋਜ਼ ਕਰ ਲਓ ਕਿ ਉਹ ਪੋਜੀਸ਼ਨ ਹੈ ਸਾਡੇ ਕੋਲ ਇਹ ਵਾਲੀ B। ਓਕੇ, ਫਿਰ ਕੀ ਕਹਿ ਰਹੇ ਆ, ਇਹ ਕਹਿ ਰਹੇ ਦਾ ਡਿਫਰੈਂਸ ਇਨ ਟਾਈਮ ਵੈਨ ਇਟ ਪਾਸਿਸ ਅ ਪੁਆਇੰਟ 100 ਮੀਟਰ ਅਬਵ ਦਾ ਪੁਆਇੰਟ ਆਫ ਪ੍ਰੋਜੈਕਸ਼ਨ। ਇਹ ਪੁਆਇੰਟ ਆਫ ਪ੍ਰੋਜੈਕਸ਼ਨ ਆ ਇਹ ਵਾਲਾ। ਡਿਫਰੈਂਸ ਆਫ ਟਾਈਮ ਦੀ ਗੱਲ ਕਰਦੇ ਪਏ, ਬੜੇ ਧਿਆਨ ਨਾਲ ਸਮਝਣੀ ਆ ਇਹ ਗੱਲ। ਇਹ ਕੰਮ ਮੈਂ ਇੱਥੇ C ਪੁਆਇੰਟ ਲੈ ਰਿਹਾ, ਇਹ ਸਾਡੇ ਕੋਲ 100 ਮੀਟਰ ਦੀ ਹਾਈਟ 'ਤੇ ਹੋਏਗਾ। ਜਿੱਥੋਂ ਪ੍ਰੋਜੈਕਟ ਕੀਤਾ ਉੱਥੋਂ ਲੈ ਕੇ ਇੱਥੋਂ ਤੱਕ 100 ਮੀਟਰ ਦੀ ਦੂਰੀ ਆ। ਡਿਫਰੈਂਸ ਆਫ ਟਾਈਮ ਦੀ ਗੱਲ ਕਰਦੇ ਪਏ, ਕਿਹੜੇ ਟਾਈਮ ਦੀ ਗੱਲ ਕਰਦੇ ਪਏ, ਕਿਹੜੇ ਡਿਫਰੈਂਸ ਦੀ ਗੱਲ ਕਰਦੇ ਪਏ ਆ, ਕਿਹੜੇ ਟਾਈਮ ਦੀ ਗੱਲ ਕਰਦੇ ਪਏ ਆ। ਦਾ ਡਿਫਰੈਂਸ ਇਨ ਟਾਈਮ ਵੈਨ ਇਟ ਪਾਸਿਸ ਪੁਆਇੰਟ 100 ਮੀਟਰ। ਇਹ 100 ਮੀਟਰ ਜਦੋਂ ਕਹਿੰਦੇ ਪਾਸ ਕਰਨ, ਦੇਖੋ ਇਹ ਜਿਹੜਾ ਡਿਸਟੈਂਸ ਆ 2 ਵਾਰੀ ਪਾਸ ਕਰਨਾ ਪਾਰਟੀਕਲ ਨੇ। ਜਦੋਂ ਨਾ ਦੇਖੋ ਉੱਪਰ ਜਾ ਰਿਹਾ, ਇੱਥੇ ਜਾ ਕੇ ਵੈਲੋਸਿਟੀ 0 ਹੁੰਦੀ ਆ। ਮੰਨ ਲਓ ਇਹ ਡਿਸਟੈਂਸ ਤਾਂ ਜ਼ਿਆਦਾ ਹੋਏਗਾ, ਮੰਨ ਲਓ 120 ਜਾਂ 130, ਬਟ ਉਹਨਾਂ 100 ਦੀ ਗੱਲ ਕੀਤੀ ਹੈ। ਇੱਕ ਤਾਂ ਜਦੋਂ ਪਾਰਟੀਕਲ ਜਾ ਰਿਹਾ ਉੱਪਰ ਨੂੰ, ਠੀਕ ਹੈ ਜੀ, ਇੱਥੇ ਪਹੁੰਚ ਗਿਆ। ਇੱਕ ਤਾਂ ਜਾਂਦੇ ਹੋਏ, ਠੀਕ ਹੈ, ਉਸ ਟਾਈਮ ਲੱਗਿਆ ਹੋਏਗਾ, ਮੰਨ ਲਓ T1 ਟਾਈਮ ਲੱਗਿਆ ਜਾਣ ਵੇਲੇ, T1 ਟਾਈਮ ਲੱਗਿਆ ਇੱਥੋਂ ਇੱਥੇ ਪਹੁੰਚਣ ਦੇ ਲਈ। ਫਿਰ ਕੀ ਕਰਦਾ ਪਾਰਟੀਕਲ, ਇੱਥੋਂ ਇੱਥੇ ਜਾਂਦਾ ਫਿਰ ਵਾਪਸ ਵੀ ਆਉਂਦਾ, ਉਹ T2 ਟਾਈਮ ਲੱਗਿਆ ਟੋਟਲ, ਇੱਥੋਂ ਇੱਥੇ ਅਤੇ ਵਾਪਸ ਇੱਥੇ ਇਸੇ ਥਾਂ 'ਤੇ ਪਹੁੰਚਣ ਨੂੰ T2 ਟਾਈਮ ਲੱਗਿਆ। ਇਹਨਾਂ ਦਾ ਡਿਫਰੈਂਸ ਕੀ ਆ, ਉਹ ਆਪਾਂ ਡਿਫਰੈਂਸ ਸਾਨੂੰ ਗਿਵਨ ਆ, ਸਾਨੂੰ ਡਿਫਰੈਂਸ ਗਿਵਨ ਆ T2 ਮਾਈਨਸ T1 ਗਿਵਨ ਆ, ਕਿਉਂਕਿ ਇੰਨੇ ਡਿਫਰੈਂਸ 'ਤੇ ਪਾਰਟੀਕਲ ਨੇ ਫਿਰ ਉਸ ਪੁਆਇੰਟ 'ਤੇ ਹੋਣਾ। ਬੜੇ ਧਿਆਨ ਨਾਲ ਸਮਝਣੀ ਹੈ ਇਹ ਗੱਲ। ਦੇਖੋ ਸੇਮ ਪੁਆਇੰਟ 'ਤੇ 2 ਵਾਰ ਪਾਰਟੀਕਲ ਨੇ ਆਉਣਾ। ਮੈਂ ਫਿਰ ਰਿਪੀਟ ਕਰਾਂ, ਇੱਕ ਵਾਰੀ ਪਾਰਟੀਕਲ ਜਾਂਦੇ ਹੋਏ ਇੱਥੇ ਪਹੁੰਚਿਆ, ਇੱਕ ਵਾਰੀ ਫਿਰ ਜਦੋਂ ਜਿੱਥੇ ਵੈਲੋਸਿਟੀ 0 ਹੋਈ ਫਿਰ ਵਾਪਸੀ 'ਤੇ ਆਉਣਾ, ਠੀਕ ਹੈ। ਇਹ ਦੂਸਰੀ ਵਾਰ ਪਹੁੰਚਿਆ। 2 ਟਾਈਮ ਹੈ ਸਾਡੇ ਕੋਲ, ਇੱਕ ਡਾਇਰੈਕਟ ਇੱਥੋਂ ਪਹੁੰਚਣ ਨੂੰ, ਇੱਕ ਫਿਰ ਉੱਪਰ ਗਏ ਫਿਰ ਵਾਪਸ ਆਏ, ਇੱਕ ਇਹ ਵਾਲਾ ਟਾਈਮ। 2 ਟਾਈਮ ਹੁੰਦੇ ਆ, 2 ਵਾਰ ਅਸੀਂ ਇਸ ਪੁਆਇੰਟ 'ਤੇ ਪਹੁੰਚਦੇ ਹਾਂ। ਬੜੇ ਧਿਆਨ ਨਾਲ ਦੇਖਿਓ, ਪ੍ਰੈਕਟੀਕਲੀ ਕਰਕੇ ਦਿਖਾਉਣਾ ਮੈਂ। ਫਿਰ ਆ ਚੌਕ ਨੂੰ ਉੱਪਰ ਸੁੱਟਣ ਲੱਗਿਆ, ਬੜੇ ਧਿਆਨ ਨਾਲ ਤੁਸੀਂ ਦੇਖਣਾ ਆਪਣੇ ਮਾਰਕਰ ਨੂੰ, ਕੈਪ ਨੂੰ। ਦੇਖੋ ਆਹ ਇੱਕ ਪੋਜੀਸ਼ਨ ਆ, ਇਹ ਸਪੋਜ਼ ਕਰੋ ਇਸ ਪੁਆਇੰਟ ਤੋਂ 100 ਮੀਟਰ ਦੀ ਦੂਰੀ 'ਤੇ ਆ, ਅਤੇ ਆਹ ਦੇਖਿਓ 2 ਵਾਰ ਪਹੁੰਚਿਆ ਨਾ। ਇੱਕ ਵਾਰੀ ਜਾਂਦਿਆਂ ਹੋਇਆ ਸਲੋ ਮੋਸ਼ਨ 'ਚ ਦੇਖੀਏ, ਇੱਕ ਵਾਰੀ ਇਹ ਜਾਂਦਿਆਂ ਹੋਇਆ ਇੱਥੇ, ਇੱਕ ਵਾਰੀ ਇੱਥੋਂ ਵਾਪਸ ਆ ਕੇ ਫਿਰ ਪਹੁੰਚਿਆ। 2 ਵਾਰ ਪਹੁੰਚ ਰਿਹਾ। ਉਹ 2 ਟਾਈਮ ਦੀ ਗੱਲ ਹੋ ਰਹੀ ਹੈ ਅਤੇ ਉਹਨਾਂ ਦੇ ਡਿਫਰੈਂਸ ਦੀ ਗੱਲ ਹੋ ਰਹੀ ਹੈ। ਸੋ ਇਹ ਹੁਣ ਆਪਾਂ ਕੁਐਸਚਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਹ ਕੀ ਗਿਵਨ ਆ, ਇਨੀਸ਼ੀਅਲ ਵੈਲੋਸਿਟੀ u ਗਿਵਨ ਆ, ਇਹ ਆਪਾਂ ਲਿਖ ਲਈਏ। ਇਨੀਸ਼ੀਅਲ ਵੈਲੋਸਿਟੀ ਕਿੰਨੀ ਗਿਵਨ ਆ, u ਮੀਟਰ ਪਰ ਸੈਕਿੰਡ। ਇੱਕ ਹੋਰ ਚੀਜ਼ ਗਿਵਨ ਆ, ਐਕਸਲਰੇਸ਼ਨ, ਅਪਵਰਡ ਐਕਸਲਰੇਸ਼ਨ ਕਿੰਨੀ ਹੁੰਦੀ ਆ, -g ਮੀਟਰ ਪਰ ਸੈਕਿੰਡ ਸਕੁਏਅਰ। ਇਹ ਚੀਜ਼ ਹੋ ਗਈ। ਇੱਕ ਉਹਨਾਂ ਨੇ ਆ ਡਿਸਟੈਂਸ ਦੀ ਗੱਲ ਕੀਤੀ ਆ ਸਾਡੇ ਕੋਲ, ਠੀਕ ਹੈ ਜੀ। ਅਤੇ ਮੈਂ ਸਪੋਜ਼ ਕਰ ਲੈਂਦਾ, ਮੈਂ ਸਪੋਜ਼ ਕੀਤਾ ਕਿ ਇਹ ਸੀ ਮੇਰੇ ਕੋਲ ਕਿੰਨਾ 100 ਮੀਟਰ ਸੇ, ਕਿਉਂਕਿ ਮੈਂ ਉਹਨਾਂ ਨੂੰ ਏ ਸੀ ਦਾ ਨਾਮ ਦੇ ਦਿੱਤਾ, ਇਹ ਪੁਆਇੰਟ ਆਫ ਪ੍ਰੋਜੈਕਸ਼ਨ ਅਤੇ C 100 ਮੀਟਰ ਦੀ ਦੂਰੀ 'ਤੇ। ਹੁਣ ਅਸੀਂ u ਦੀ ਵੈਲਿਊ ਫਾਈਂਡ ਕਰਨੀ ਆ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖੀਏ, ਮੈਂ ਆ ਫਾਰਮੂਲਾ ਯੂਜ਼ ਕਰ ਰਿਹਾ, ਯੂਜ਼ S
जू टी प्लस हाफ एफ टी स्क्वेयर। बहुत ही इंटरस्टिंग है क्वेश्चन। डिस्टेंस तो साढ़े कोल आ 100 इस पॉइंट ते असीं 2 बार पहुँचते हैं। ठीक है जी, 2 बार पहुँचते हैं। जो असीं फाइंड करना टी टाइम आ हाफ एफ टी स्क्वेयर। 2 ना कर दो एफ की वैल्यू पुट करो, एफ की वैल्यू पुट करो -9.8 टी स्क्वेयर। इनू कैंसल आउट कर दो 100 जू टी -4.9 टी स्क्वेयर। सो 4.9 टी स्क्वेयर माइनस जू टी इधरली साइड तल जा रहे हैं आप +100 इज़ इक्वल टू 0। जे तुसीं चाहते हैं कि पॉइंट हटा दिए तो 10 के नाल मल्टीप्लाई कर सकते हैं, चाहे रहन दो कोई बात नहीं। सपोज करो देखो 2 टाइम है ना, टोटल 2 टाइम आ। ये सपोज करो T1 आ, एक दोबारा फिर वापस आने नूं T2 टाइम लगता। सो लैट चाहे ये कह लो इट इज़ क्वाड्रेटिक, इट इज़ क्वाड्रेटिक इन टी। तो ये फिर 2 रूट्स होणगे। लैट इट्स रूट्स भी T1 T2। तो तुहानूं पता सम ऑफ रूट किवें लिखीदा, सम ऑफ रूट्स। सो राइट सम ऑफ रूट्स जू अपॉन 4.9। प्रोडक्ट ऑफ रूट T1 T2 वो आ जाएगा 100 ओवर 4.9। ये आ जाएगा साढ़े कोल 100 ओवर 4.9। फिर असी एक फार्मूला लिखते हैं, इनू असी यूज़ करांगे। यूज़ T2 - T1 स्क्वेयर इज़ इक्वल टू T2 प्लस T1 स्क्वेयर -4 T1 T2। ये वाला फार्मूला आप यूज़ करांगे। इत्थे सम ऑफ जो रूट्स आ वो असी वैल्यू पुट कर देंगे सम ऑफ रूट की। इत्थे असी प्रोडक्ट ऑफ रूट की वैल्यू पुट कर देंगे। इत्थे जो सानू डिफरेंस ऑफ टाइम दिता होया उसकी वैल्यू पुट कर देंगे। सो T2 - T1 सानू डिफरेंस ऑफ टाइम कितना दिता होया 30/7। सो 30/7 स्क्वेयर ये गिवन है, 30/7 गिवन है। ये T2 + T1 सानू गिवन है जू ओवर 4.9 ओवर 4.9 का स्क्वेयर -4 इंटू 100 ओवर 4.9 100 ओवर 4.9। इनू हुण आपां सिंपलीफाई करिए। ये हो गया 900, नीचे हो गया 49, ये हो गया जू स्क्वेयर 4.9 इंटू 4.9 -400 ओवर 4.9। इनू हुण सिंपलीफाई करके असी जू कैलकुलेट करने की कोशिश करांगे। ठीक है जी, इनू असी इत्थों जू कैलकुलेट करने की कोशिश करांगे। की करिए इहदे नाल मल्टीप्लाई कर दो 900 ओवर 49 इंटू 49 ओवर 10 इंटू 49 ओवर 10। इहदे नाल मल्टीप्लाई कर रहे हैं माइनस इत्थे हाँ इज़ इक्वल टू इत्थे जू स्क्वेयर बचया, इत्थे 100 ओवर 4.9 इंटू 4.9 इंटू 4.9। ये कैंसल आउट हो गया, ये भी कैंसल आउट हो गया, 2 जीरोज़ भी कैंसल आउट हो गई। इत्थे बचा 9 इंटू 4.9। ये इधर आके प्लस हो जाएगा। 4.9 नू मल्टीप्लाई करोगे 100 दे नाल ते ये आ जाएगा 490। ये आ जाएगा 490 इज़ इक्वल टू जू स्क्वेयर। इस तरीके आ जाएगा साढ़े कोल। तो तुसी देखोगे इनू हुण आपां सिंपलीफाई करिए फरदर। फोर पॉइंट 9 चाहे 4.9 ही लिख लो इत्थे 100 इंटू 4.9 चाहे 10 इंटू 49 कर लो, 49 कॉमन। सो 9 प्लस 10 कुछ मिसटेक होगी लगता कैलकुलेट। थोड़ा सिंपल वे ना कराना, थोड़ा होर ईजी करिए कैलकुलेशन, मुश्किल नहीं करनी आप, थोड़ी होर ईजी कर दीजिए कैलकुलेशन। ये हो गया 900
ओवर 49, इनू मैं लिख लूँगा 10 जू ओवर 49 स्क्वेयर, इस तरीके लिख लो। पॉइंट हटा दो, ये मच बैटर है ओवर 49, ठीक है जी। इस तरीके असी कर लिया, पॉइंट हटाता। एक 900 मल्टीप्लाई बाय 49, 49 के नाल मल्टीप्लाई करोगे इत्थे आ जाएगा 900। ये स्केयर ओपन करोगे आ जाएगा इस तरीके, नीचे एक 49 ਨਾਲ मल्टीप्लाई करता, एक 49 हो गया कैंसल आउट, सो एक बचया इत्थे आ गया ये वाला। सो इनू असी की करिए फरदर 100 दे नाल डिवाइड कर दो, इत्थे 9 बचे, आ जू स्केयर ओवर 49 बचया, इत्थे 40 बचे। सो इधर आके 49 हो गए, थोड़ी जी सिंपल हो गई कैलकुलेशन पहला नालों। सो जू स्केयर इज़ इक्वल टू 49 इंटू 49, सो जू स्केयर की वैल्यू, जू की वैल्यू आ गई 49। सो सानू इनीशियल वेलोसिटी मिल गई। सो इनीशियल वेलोसिटी की आ गई साढ़े कोल 49 मीटर पर सैकेंड। सो इस तरीके क्वेश्चन करना सीगे। हुण असीं करांगे नैक्सट क्वेश्चन। हाँ जी, नैक्सट क्वेश्चन द स्टेटमेंट ए शॉट फायर्ड। हाँ, 8th क्वेश्चन 7th क्वेश्चन मैं करवा चुके हैं, 8th क्वेश्चन बिल्कुल सेम है, तुसीं आप करना डू लाइक 7th क्वेश्चन। क्वेश्चन नंबर 9th, आ शॉट फायर्ड वर्टिकली अपवार्ड। वर्टिकली अपवार्ड असीं शॉट फायर करना किसी भी पॉइंट तो, मान लो असीं इस ए पॉइंट तो शॉट फायर किया तो वो इस पॉइंट ते पहुँच जाता। ओके, आफ्टर अच्छा पी ते पहुँच जाता, इत्थे किते पी होएगा, सपोज करो ये इस पी पॉइंट ते पहुँच जाता, उस तो बाद इत्थे बी ते भी पहुँच जाता। बड़े ध्यान नाल समझियो, 2 सैकेंड च पी ते पहुँच जाता, ए तो पी ते 2 सैकेंड पहुँच जाता। एंड इट इज़ ऑलसो देयर आफ्टर 3 मोर सैकेंड, 3 होर सैकेंडा फिर पी ते आ जाता। कहने का मीनिंग ये होया, देखो ये इस पॉइंट ते वेलोसिटी 0 होई, पार्टिकल ने फिर वापस आना। की हो रहा कि पहले इत्थों इत्थे पहुँचा 2 सैकेंड दे विच, फिर इत्थों इत्थे गया वापस, फिर इत्थे आया, 3 सैकेंड लगे टोटल, आउण ते जाण नूं 3 सैकेंड लगे। मैं फिर रिपीट करा, इत्थों इत्थे जाण नूं कह रहे 2 सैकेंड लगे, आफ्टर 3 मोर सैकेंड, कहना मीनिंग आ इत्थे इत्थों जाण नूं ते इत्थे आउण नूं 3 सैकेंड लगे, फिर पी ते आ जांदा। फाइंड हाइट ऑफ पी, ये असीं पी दी हाइट फाइंड करनी है। सपोज कर लो एच, लैट ए पी आपां की सपोज कर लैंदे आ एच, ठीक है जी। लैट ए पी इज़ इक्वल टू एच एज शोन इन फिगर, जिस तरीके से शो किया होया। एक चीज़ होर, टाइम की गिवन है सानू, टाइम फ्रॉम ए टू पी कितना गिवन है 2 सैकेंड। आलसो एक होर गिवन है टाइम फ्रॉम पी टू बी एंड बी टू पी 3 सैकेंड है, टोटल 3 सैकेंड। तो जो कि पूछे कि फिर पी तो बी कितना टाइम लग्या, वह हाफ लगो, क्योंकि आउण ते जाण नूं किसी भी काम लई आउण ते जाण नूं जे 3 सैकेंड लगते आ तो कल्ले जाण नूं किन्ने लगणगे, वह हाफ लगेगा। सो टाइम फ्रॉम पी टू बी कितना लगेगा 3/2 सैकेंड लगेगा। सो हम 2 तरीके नाल असीं मोशन डिस्कस करांगे। पहला असीं देखो पुछया की है उन्होंने पुछया ये आ वेलोसिटी ऑफ शॉट, इनीशियल वेलोसिटी फाइंड करनी, वो असीं जू सपोज कर लैनी। लैट इत्थे सपोज कर लो कि स्टार्ट जू बी इनीशियल वेलोसिटी एट ए ते असीं सपोज कर ली। नाउ फॉर सब तो पहला असी ए बी मोशन डिस्कस करिए। फॉर ए बी देखो जू इनीशियल वेलोसिटी साढ़े कोल जू एफ, क्योंकि असी उपर नूं जा रहे हैं माइनस जी होएगा। डिस्टेंस टोटल कितना, डिस्टेंस बारे तो सानू कोई बहुता पता नहीं कि डिस्टेंस कितना होएगा, सो इनू छड्डो, डिस्टेंस नहीं सानू पता।
ਸਾਨੂੰ ਵੈਲੋਸਿਟੀ ਪਤਾ ਕਿੰਨੀ ਆ, ਵੈਲੋਸਿਟੀ 0 ਆ ਕਿਸ ਪੁਆਇੰਟ ਤੇ ਬੀ ਤੇ ਵੈਲੋਸਿਟੀ ਸਾਨੂੰ ਪਤਾ। ਟਾਈਮ ਕਿੰਨਾ ਲੱਗਦਾ ਏ ਤੋਂ ਬੀ ਤੇ ਪਹੁੰਚਣ ਨੂੰ, ਟਾਈਮ ਕਿੰਨਾ ਲੱਗਿਆ ਆਪਾਂ ਹੁਣੇ ਜ਼ਿਕਰ ਕੀਤਾ ਕਿ ਏ ਤੋਂ ਪੀ ਤੇ ਜਾਣ ਨੂੰ ਕਿੰਨਾ ਟਾਈਮ ਲੱਗਦਾ 2 ਸੈਕਿੰਡ। ਪੀ ਤੋਂ ਬੀ ਤੇ ਜਾਣ ਨੂੰ ਕਿੰਨਾ ਲੱਗਦਾ 3/2 3/2 ਕਹਿਣ ਦਾ ਮੀਨਿੰਗ ਇਹ ਹੋਇਆ 7/2 ਸੈਕਿੰਡ, 3.5 ਸੈਕਿੰਡ 7/2 ਸੈਕਿੰਡ ਇਹ ਟਾਈਮ ਆ। ਤੇ ਜੂਸ ਕੀ ਕਰੋਗੇ ਰਿਲੇਸ਼ਨ, ਜੂਸ v ਇਜ਼ ਇਕੁਅਲ ਟੂ ਜੂ ਪਲੱਸ ਐਫ ਟੀ। v ਤਾਂ 0, ਜੂ ਹੀ ਆ, ਐਫ ਦੀ ਵੈਲਿਊ -g, ਟਾਈਮ ਸਾਡੇ ਕੋਲ 7/2, ਜੀ ਦੀ ਵੈਲਿਊ ਪੁੱਟ ਕਰ ਦਿਓ 9.8 ਤੇ ਸੋ ਜੂ ਆ ਗਿਆ ਸਾਡੇ ਕੋਲ 4.9 × 7 ਮੀਟਰ ਪਰ ਸੈਕਿੰਡ। ਇਹ ਸਾਨੂੰ ਜੂ ਮਿਲ ਗਿਆ। ਜੇ ਤੁਸੀਂ ਇਹਨੂੰ ਮਲਟੀਪਲਾਈ ਕਰ ਲੋਗੇ ਤਾਂ ਜੂ ਕਿੰਨਾ ਆ ਜਾਣਾ 9 7 ਹੋ ਗਏ 63, 6 7 ਚੌਕੇ 28 ਤੇ ਐਨ ਆ ਗਿਆ। ਸੋ 3.43 ਸਾਡੇ ਕੋਲ ਟਾਈਮ ਆ ਚੁੱਕਿਆ। ਸੋ ਸਾਡੇ ਕੋਲ ਟਾਈਮ ਨਹੀਂ, ਸਾਡੇ ਕੋਲ ਡਿਸਟੈਂਸ ਆ ਚੁੱਕਿਆ 34.3 ਮੀਟਰ ਪਰ ਸੈਕਿੰਡ ਸਾਡੇ ਕੋਲ ਕੀ ਆ ਗਈ, ਇਨੀਸ਼ੀਅਲ ਵੈਲੋਸਿਟੀ ਆ ਗਈ। ਹੁਣ ਅਸੀਂ ਏ ਪੀ ਮੋਸ਼ਨ ਡਿਸਕਸ ਕਰਾਂਗੇ ਫॉर ਏ ਪੀ। ਹੁਣ ਜੂ ਸਾਨੂੰ ਪਤਾ ਕਿੰਨਾ 34.3 ਮੀਟਰ ਪਰ ਸੈਕਿੰਡ, ਐਫ ਸਾਡੇ ਕੋਲ ਕਿੰਨਾ -g ਮੀਟਰ ਪਰ ਸੈਕਿੰਡ ਸਕੁਏਅਰ। ਓਕੇ, ਹੋਰ ਸਾਨੂੰ ਕੀ ਗਿਵਨ ਆ, ਸਾਨੂੰ ਡਿਸਟੈਂਸ ਵੀ ਪਤਾ, ਸਾਨੂੰ ਡਿਸਟੈਂਸ ਕਿੰਨਾ ਪਤਾ, ਅਸੀਂ ਐਚ ਕਿਆ ਹੋਇਆ ਏ ਪੀ ਡਿਸਟੈਂਸ ਐਚ। ਹੋਰ ਟਾਈਮ ਵੀ ਸਾਨੂੰ ਪਤਾ, ਟਾਈਮ ਕਿੰਨਾ ਲੱਗਦਾ ਇੱਥੋਂ ਇੱਥੇ ਜਾਣ ਨੂੰ 2 ਸੈਕਿੰਡ, ਇੱਥੇ ਜਾਣ ਨੂੰ ਲੱਗਦੇ ਆ 2 ਸੈਕਿੰਡ। ਸੋ ਜੂਸ ਕਰੀਏ ਕਿਉਂਕਿ ਫਾਈਨਲ ਵੈਲੋਸਿਟੀ ਤਾਂ ਹੈ ਨਹੀਂ ਸਾਡੇ ਕੋਲ, ਐਸ ਜੂ ਟੀ ਪਲੱਸ ਹਾਫ ਐਫ ਟੀ ਸਕੁਏਅਰ ਜੂਸ ਕਰੀਏ, ਇਹ ਸਾਡੇ ਕੋਲ ਐਚ, ਇਹੀ ਐਚ ਅਸੀਂ ਫਾਈਂਡ ਕਰਨਾ। ਮੈਨੂੰ ਲੱਗਦਾ ਕਿ ਪੁੱਛਿਆ ਸੀ ਸਾਨੂੰ, ਹਾਂ ਵੈਲੋਸਿਟੀ ਆਫ ਸ਼ਾਟ ਪੁੱਛਿਆ ਸੀ, ਹਾਂ ਫਾਈਂਡ ਹਾਈਟ ਆਫ ਪੀ ਦੀ ਹਾਈਟ ਵੀ ਪੁੱਛੀ ਸੀ। ਇੱਕ ਆਂਸਰ ਆ ਚੁੱਕਿਆ ਸੈਕਿੰਡ ਪਾਰਟ ਦਾ, ਵੈਲੋਸਿਟੀ ਆਫ ਸ਼ਾਟ ਆ ਚੁੱਕੀ ਸਾਡੇ ਕੋਲ, ਤਾਂ ਅਸੀਂ ਹੁਣ ਹਾਈਟ ਫਾਈਂਡ ਕਰਨ ਜਾ ਰਹੇ ਹਾਂ 34.3। ਟਾਈਮ ਸਾਡੇ ਕੋਲ ਕਿੰਨਾ 2, ਹਾਫ -9.8, 2 ਦਾ ਸਕੁਏਅਰ ਹੋ ਗਿਆ 4। ਸੋ ਇਹ ਕੈਂਸਲ ਆਊਟ ਹੋ ਜਾਣਗੇ, ਇਹਨੂੰ ਤੁਸੀਂ ਸਿੰਪਲੀਫਾਈ ਕਰ ਲੋਗੇ ਉਹ ਤੁਹਾਡਾ ਕੀ ਆ ਜਾਏਗਾ, ਆਨਸਰ ਆ ਜਾਏਗਾ। ਸੋ ਇਸ ਤਰੀਕੇ ਇਹ ਅਸੀਂ ਹਾਈਟ ਫਾਈਂਡ ਕਰਨੀ ਸੀ। ਹਾਈਟ ਆ ਜਾਏਗੀ ਤੁਹਾਡੇ ਕੋਲ 49 ਮੀਟਰ ਹਾਈਟ ਆ ਜਾਏਗੀ। ਸੋ ਇਸ ਤਰੀਕੇ ਇਹ ਕੁਐਸਚਨ ਜਿਹੜਾ ਇਹ ਕਰਨਾ ਸੀ ਅਸੀਂ। ਬਾਕੀ ਕੁਐਸਚਨ ਆਪਾਂ ਆਪਣੇ ਅਗਲੇ ਲੈਕਚਰ 'ਚ ਕਰਾਂਗੇ। ਤੇ ਮੈਂ ਇੱਕ ਵਾਰੀ ਫਿਰ ਰਿਮਾਈਂਡ ਕਰਾ ਦਾਂ ਕਿ ਜੇ ਤੁਹਾਨੂੰ ਹੈਂਡ ਰਿਟਨ ਮੇਰੇ ਇਹ ਨੋਟਸ ਚਾਹੀਦੇ ਆ ਉਹ ਵੀ ਤੁਹਾਨੂੰ ਮੈਂ ਪ੍ਰੋਵਾਈਡ ਕਰਾ ਸਕਦਾ। ਸੋ ਕਮੈਂਟ ਕਰਕੇ ਜ਼ਰੂਰ ਦੱਸਿਓ, ਜੇ ਤੁਹਾਨੂੰ ਨੋਟਸ ਦੀ ਜ਼ਰੂਰਤ ਆ ਤਾਂ ਉਹ ਵੀ ਮੈਂ ਪ੍ਰੋਵਾਈਡ ਕਰਾ ਸਕਦਾ। ਸੋ ਤੁਸੀਂ ਉਹ ਇੰਸਟਾ ਮੋਜੋ 'ਤੇ ਮੈਂ ਉਹ ਸ਼ੇਅਰ ਕਰੂੰਗਾ, ਤੁਸੀਂ ਉੱਥੋਂ ਅਪਲੋਡ ਕਰਕੇ ਉਹਨਾਂ ਦੇ ਪ੍ਰਿੰਟ ਨਿਕਾਲ ਸਕਦੇ ਆ। ਸੋ ਬਹੁਤ ਈਜ਼ੀ ਹੋ ਜਾਏਗਾ, ਤੁਹਾਨੂੰ ਨੋਟਸ ਨਹੀਂ ਤਿਆਰ ਕਰਨੇ ਪੈਣਗੇ, ਬਣੇ ਬਣਾਏ ਨੋਟਸ ਹਰ ਇੱਕ ਐਕਸਰਸਾਈਜ਼ ਦੀ ਇੱਕ ਕੁਐਸਚਨ ਸੋਲਵ ਹੋਏਗਾ, ਨਾਲ ਦੀ ਨਾਲ ਕੁਛ ਐਗਜ਼ਾਮਪਲ ਵੀ ਆਰਟੀਕਲ ਵੀ ਸੋਲਵ ਹੋਣਗੇ ਉਹਦੇ ਵਿੱਚ। ਸੋ ਉਹ ਤੁਸੀਂ ਡਿਮਾਂਡ ਜ਼ਰੂਰ ਕਰਿਓ, ਕਮੈਂਟ ਕਰਕੇ ਦੱਸਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਨਾਲ ਦੀ ਨਾਲ ਲਾਈਕ ਵੀ ਜ਼ਰੂਰ ਕਰਨਾ, ਅਤੇ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦੇਣਾ। ਥੈਂਕ ਯੂ।